ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਕੇ ਉਸ ਪਿਤਾ ਪਰਮਾਤਮਾ ਦੇ ਨਾਲ ਲਿਵ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਅਤੇ ਗੁਰਮੁਖੋ ਨਾਲ ਦੀ ਨਾਲ ਇਸ ਦੇ ਵਿੱਚ ਥੋੜ੍ਹਾ ਜਿਹਾ ਡਾਊਟ ਹੈ ਸਾਨੂੰ ਸਾਰਿਆਂ ਨੂੰ ਕਿ ਪਤਾ ਨਹੀਂ ਪਰਮਾਤਮਾ ਸਾਡੇ ਤੋਂ ਕਿੱਡੀ ਕੁ ਦੂਰ ਹੈ ਅਤੇ ਸਾਡੇ ਕਿੰਨੇ ਕੁ ਮਾੜੇ ਕਰਮ ਨੇ ਜੋ ਮਾਲਕ ਸਾਡੇ ਨੇੜੇ ਨਹੀਂ ਆਉਂਦਾ। ਪਰ ਨਹੀਂ ਗੁਰਮੁਖ ਪਿਆਰਿਓ, ਐਦਾਂ ਦਾ ਕੁਝ ਨਹੀਂ ਹੈ। ਇਹ ਸਾਡੇ ਮਨਾਂ ਦੀ ਗਲਤ ਫਹਿਮੀ ਹੈ। ਪਹਿਲਾਂ ਤੇ ਮਾਲਕ ਦੂਰ ਨਹੀਂ ਹੈ ਸਾਡੇ ਕੋਲੋਂ, ਜਾਂ ਕੋਈ ਮਨਮੁਖ ਹੈ ਜਾਂ ਕੋਈ ਗੁਰਮੁਖ ਹੈ। ਮਾਲਕ ਸਾਰਿਆਂ ਨੂੰ ਸਵਾਸਾਂ ਦੀਆਂ ਗਰਾਹੀਆਂ ਦੇ ਕੇ ਨਿਵਾਜ ਰਹੇ ਆ। ਦੂਜੀ ਗੱਲ, ਫਰਕ ਇੰਨਾ ਕੀ ਹੈ ਕਿ ਕੁਝ ਤੇ ਗੁਰਮੁਖ ਮਾਲਕ ਨੇੜੇ ਹੈ, ਉਸ ਨੂੰ ਪਹਿਚਾਣ ਲੈਂਦੇ ਹੈ। ਕੁਝ ਗੁਰਮੁਖ ਪਹਿਚਾਨਣ ਦੇ ਵਿੱਚ ਧੋਖਾ ਖਾ ਜਾਂਦੇ ਆ। ਉਹਨਾਂ ਨੂੰ ਕਈ ਵਾਰ ਮਾਲਕ ਦਰਸ਼ਨ ਵੀ ਦਿੰਦੇ ਆ, ਸਨਮੁਖ ਵੀ ਹੁੰਦੇ ਹੈ, ਪਰ ਗੁਰਮੁਖੋ ਉਹ ਗੁਰਮੁਖ ਪਹਿਚਾਣਦੇ ਨਹੀਂ ਹੈ, ਜਾਣਦੇ ਨਹੀਂ ਹੈ। ਪਾਤਸ਼ਾਹ ਗੁਰਬਾਣੀ ਦੇ ਵਿੱਚ ਸਮਝਾਉਣਾ ਕਰਦੇ ਹੈ, ਪ੍ਰਭ ਨਿਕਟ ਵਸੈ ਸਭ ਨਾ ਘਟ ਅੰਤਰ। ਕਹਿੰਦੇ ਮਾਲਕ ਤੇ ਬਿਲਕੁਲ ਨੇੜੇ ਵਸਦਾ, ਸਾਰਿਆਂ ਘਟਾਂ ਭਾਵ ਆ ਸਾਰਿਆਂ ਸਰੀਰਾਂ ਦੇ ਅੰਦਰ ਵਸਦਾ ਤੇ ਬਾਹਰ ਵਸਦਾ। ਪ੍ਰਭ ਨਿਕਟ ਵਸੈ ਸਭ ਨਾ ਘਟ ਅੰਤਰ, ਬਾਹਰ ਤੁਹਾਡੇ ਬਿਲਕੁਲ ਨੇੜੇ ਵਸਦਾ, ਇਸ ਘਟ ਦੇ ਅੰਦਰ ਵੀ ਵਸਦਾ। ਪਰ ਅੱਗੇ ਪਾਤਸ਼ਾਹ ਨੇ ਬੜੀ ਸੋਹਣੀ ਗੱਲ ਆਖੀ ਹੈ ਕਿ ਉਸ ਨੂੰ ਪਹਿਚਾਣਿਆ ਬਿਰਲਿਆਂ ਨੇ, ਉਸ ਨੂੰ ਸਮਝਿਆ ਬਿਰਲਿਆਂ ਨੇ। ਕਿਉਂ ਨਹੀਂ ਸਮਝਿਆ ਗੁਰਮੁਖੋ? ਜਦੋਂ ਕਿ ਮਨਮੁਖ ਵੀ ਉਤਾਵਲੇ ਹੈ ਮਾਲਕ ਨੂੰ ਵੇਖਣ ਦੇ। ਇਹ ਗੱਲ ਨਹੀਂ ਹੈ ਕਿ ਮਨਮੁਖ ਉਤਾਵਲੇ ਨਹੀਂ ਹੈ, ਪਰ ਉਹ ਆਪਣੇ ਮਨ ਦੀ ਮੱਤ ਦੇ ਨਾਲ ਦੇਖਣਾ ਚਾਹੁੰਦਾ। ਜਿਹੜੇ ਗੁਰਮੁਖ ਨੇ ਉਹ ਗੁਰੂ ਦੀ ਮੱਤ ਦੇ ਨਾਲ। ਫਰਕ ਇੰਨਾ ਕੁ ਹੈ, ਫਰਕ ਇੰਨਾ ਕੁ ਹੈ। ਮਨਮੁਖ ਆਪਣੀ ਮੱਤ ਦੁਆਰਾ ਦੇਖਣਾ ਚਾਹੁੰਦਾ, ਗੁਰਮੁਖ ਗੁਰੂ ਦੀ ਮੱਤ ਦੁਆਰਾ ਦੇਖਣਾ ਚਾਹੁੰਦਾ। ਇਸ ਕਰਕੇ ਗੁਰਮੁਖ ਵੀ ਪਹਿਚਾਣ ਲੈਂਦੇ ਆ। ਕਿਉਂ? ਕਿਉਂਕਿ ਗੁਰੂ ਉਹਨਾਂ ਨੂੰ ਵਿਧੀਆਂ ਦੱਸਦੇ ਹੈ, ਗੁਰੂ ਉਹਨਾਂ ਨੂੰ ਤਰੀਕੇ ਦੱਸਦੇ ਹੈ। ਇਸ ਕਰਕੇ ਗੁਰਮੁਖ ਪਛਾਣ ਲੈਂਦੇ ਹੈ, ਮਨਮੁਖ ਪਹਿਚਾਣ ਨਹੀਂ ਸਕਦੇ। ਪਾਤਸ਼ਾਹ ਦੱਸਦੇ ਹੈ, ਪ੍ਰਭ ਨਿਕਟ ਵਸੈ ਸਭ ਨਾ ਘਟ ਅੰਤਰ, ਗੁਰਮੁਖ ਵਿਰਲੇ ਜਾਤਾ। ਕਹਿੰਦੇ ਕੁਛ ਗੁਰਮੁਖ ਬਿਰਲੇ ਨੇ ਜਾਣ ਲਿਆ ਉਸਨੂੰ। ਕਹਿੰਦੇ ਹੁਣ ਗੁਰਮੁਖ ਪਿਆਰਿਓ, ਕਿਤੇ ਮੇਰਾ ਮਾਲਕ ਸਾਡੇ ਅੰਦਰ ਵੀ ਉਹ ਸ਼ਕਤੀ ਬਖਸ਼ੇ, ਸਾਡਾ ਵੀ ਕਿਤੇ ਅਗਿਆਨਤਾ ਦਾ ਹਨੇਰੇ ਨੂੰ ਭਜਾ ਕੇ ਪ੍ਰਕਾਸ਼ ਰੂਪ ਚਾਨਣ ਲੈ ਕੇ ਆਵੇ ਸਾਡੇ ਅੰਦਰ ਵੀ। ਸਾਡਾ ਵੀ ਕਿਸੇ ਵਿਧੀ ਦੇ ਨਾਲ ਉਹ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇ। ਪਰ ਪਾਤਸ਼ਾਹ ਕਹਿੰਦੇ ਹੈ, ਜੇਕਰ ਇਸ ਨੂੰ ਪਹਿਚਾਣਨਾ ਚਾਹੁੰਦੇ ਹੋ, ਜੇਕਰ ਮਾਲਕ ਨੂੰ ਜਾਣਨਾ ਚਾਹੁੰਦੇ ਹੋ, ਤਾਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਓ। ਗੁਰਮੁਖੋ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਓ। ਇੱਕੋ ਇੱਕ ਪੌੜੀ, ਇੱਕੋ ਇੱਕ ਜਹਾਜ਼, ਇੱਕੋ ਇੱਕ ਰਸਤਾ ਹੈ ਜੋ ਮਾਲਕ ਦੇ ਨਾਲ ਮਿਲਾਪ ਕਰ ਸਕਦਾ। ਪਾਤਸ਼ਾਹ ਗੁਰਬਾਣੀ ਦੇ ਵਿੱਚ ਵੀ ਦੱਸਦੇ ਹੈ, ਨਾਨਕ ਨਾਮ ਮਿਲੈ ਵਡਿਆਈ, ਗੁਰਮੁਖ ਗੁਰ ਕੈ ਸ਼ਬਦ ਪਛਾਤਾ। ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਉਸ ਦੀ ਪਹਿਚਾਣ ਹੋਏਗੀ। ਗੁਰੂ ਦੇ ਸ਼ਬਦ ਦੇ ਦੁਆਰਾ
ਅਸੀਂ ਉਸ ਨੂੰ ਪਹਿਚਾਣ ਸਕਦੇ ਹਾਂ ਗੁਰਮੁਖੋ। ਸ਼ਬਦ ਕਿਹੜਾ? ਹੁਣ ਪਹਿਲਾ ਸ਼ਬਦ ਹੈ ਜਿਸ ਨੂੰ ਸਾਰੀ ਸੰਗਤ ਨੇ ਦ੍ਰਿੜ ਕੀਤਾ। ਜਿਹੜੇ ਸ਼ਬਦ ਨੂੰ ਸਾਰੀ ਸੰਗਤ ਨੇ ਦ੍ਰਿੜ ਕੀਤਾ, ਪਹਿਲਾ ਸ਼ਬਦ ਹੈ ਇਹ ਗੁਰਮੁਖ ਪਿਆਰਿਓ, ਜਿਸ ਨੂੰ ਗੁਰਬਾਣੀ ਦੇ ਵਿੱਚ ਗੁਰਮੰਤਰ ਆਖਿਆ ਗਿਆ। ਜਿਸ ਨੂੰ ਗੁਰਬਾਣੀ ਦੇ ਵਿੱਚ ਗੁਰਮੰਤਰ ਆਖਿਆ ਗਿਆ, ਪਹਿਲਾ ਸ਼ਬਦ ਹੈ ਇਹ। ਸਾਡੀ ਸ਼ੁਰੂਆਤ ਇੱਥੋਂ ਹੋਣੀ ਹੈ। ਹੋਰ ਅਸੀਂ ਸਾਰੀਆਂ ਸਿਆਣਪਾਂ, ਸਾਰੀਆਂ ਚਤੁਰਾਈਆਂ, ਸਾਰਾ ਗਿਆਨ ਪਿੱਛੇ ਛੱਡ ਕੇ ਇੱਕ ਗੁਰਮੰਤਰ ਦੇ ਨਾਲ ਪਿਆਰ ਕਰ ਲਈਏ, ਗੁਰਮੰਤਰ ਨੂੰ ਇੰਨਾ ਨੇੜੇ ਜਾਣ ਲਈਏ। ਉਠਤ ਬੈਠਤ ਸੋਬਤ ਜਾਗਤ ਵਿਸਰ ਨਹੀਂ ਤੁਝ ਸਾਸ ਗਰਾਸਾ। ਉਹ ਨਾ ਸਾਨੂੰ ਵਿਸਰੇ। ਇਹ ਸ਼ੁਰੂਆਤ ਹੈ ਗੁਰਮੁਖੋ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਵਸ ਗਿਆ, ਜਿਨ੍ਹਾਂ ਨੇ ਵਿਸਾਰਿਆ ਨਹੀਂ ਮਾਲਕ ਨੂੰ, ਜਿੱਦਾਂ ਨੇ ਅਰਜ਼ੋਈ ਕੀਤੀ ਹੈ ਨਾ, ਉਠਤ ਬੈਠਤ ਸੋਬਤ ਜਾਗਤ ਵਿਸਰ ਨਹੀਂ ਪ੍ਰਭ ਸਾਸ ਗਰਾਸਾ। हे ਮੇਰੇ ਮਾਲਕਾ, ਮੈਨੂੰ ਸਵਾਸ ਦੇ ਗਰਾਸ ਨਾ ਵਿਸਰ ਜਾਵੇ। ਜਿਨ੍ਹਾਂ ਦਾ ਫਿਰ ਨਹੀਂ ਵਿਸਰਿਆ, ਉਹਨਾਂ ਨੂੰ ਗੁਰਮੰਤਰ ਨੇ ਆਪਣੀ ਅਗਲੀ ਮੰਜ਼ਿਲ ਤੇ ਪਹਿਚਾ ਦਿੱਤਾ। ਗੁਰਮੁਖ ਪਿਆਰਿਓ, ਜਿਹੜੀ ਸਾਡੀ ਅਗਲੀ ਮੰਜ਼ਿਲ ਹੈ, ਇੱਥੇ ਬਸ ਨਹੀਂ ਹੈ। ਗੁਰਮੰਤਰ ਨੇ ਸਾਨੂੰ ਕਿਹੜੀ ਮੰਜ਼ਿਲ ਤੇ ਪਹੁੰਚਾਇਆ? ਗੁਰੂ ਸ਼ਬਦ ਤੱਕ, ਜੋ ਸਾਡਾ ਸਾਰਿਆਂ ਦਾ ਗੁਰੂ ਹੈ। ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਇਹ ਨੌਲੇਜ ਦਿੱਤੀ, ਇਹ ਜਾਣਕਾਰੀ ਦਿੱਤੀ ਕਿ ਤੁਸੀਂ ਗੁਰੂ ਮੰਤਰ ਦੇ ਸ਼ਬਦ ਨੂੰ ਫੜੋ। ਗੁਰਮੰਤਰ ਸ਼ਬਦ ਦੁਆਰਾ ਤੁਸੀਂ ਸ਼ਬਦ ਗੁਰੂ ਤੱਕ ਪਹੁੰਚ ਜਾਓ। ਗਿਆਨ ਕਿਹਨੇ ਦਿੱਤਾ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ। ਆਪਾਂ ਨੇ ਗਿਆਨ ਲਿਆ, ਪ੍ਰੈਕਟੀਕਲ ਕੀਤਾ। ਗਿਆਨ ਲਿਆ, ਪ੍ਰੈਕਟੀਕਲ ਕੀਤਾ। ਗੁਰਮੁਖ ਪਿਆਰਿਓ, ਇਹ ਗੱਲ ਸਿਰਫ ਗੱਲਾਂ ਦੀ ਨਹੀਂ ਹੈ, ਇਹ ਗੱਲ ਸਿਰਫ ਪੜ੍ਹਨ ਦੀ ਨਹੀਂ ਹੈ, ਇਹ ਗੱਲ ਸਿਰਫ ਮੱਥੇ ਟੇਕਣ ਦੀ ਨਹੀਂ ਹੈ। ਗੁਰਮੁਖੋ, ਇਹ ਗੱਲ ਹੈ ਸ਼ਬਦ ਨੂੰ ਕਮਾਉਣ ਦੀ। ਜੇ ਪਾਤਸ਼ਾਹ ਨੇ ਆਖਿਆ ਨਾ, ਜੇ ਪਾਤਸ਼ਾਹ ਨੇ ਸਮਝਾਇਆ ਨਾ, ਉਠਤ ਬੈਠਤ ਸੋਬਤ ਜਾਗਤ ਬਿਸਰ ਨਹੀਂ ਪ੍ਰਭ ਸਾਸ ਗਰਾਸਾ। ਜੇ ਨਾ ਬਿਸਰੇ ਨਾ, ਹੁਣ ਫਿਰ ਇਸ ਨੂੰ ਕਮਾਈਏ ਸ਼ਬਦ ਨੂੰ, ਕਿ ਮੇਰੇ ਮਾਲਕਾ ਮੈਥੋਂ ਵੀ ਕਦੇ ਸਵਾਸ ਗਰਾਸ ਦੂਰ ਨਾ ਹੋਵੇ। ਜਦੋਂ ਫਿਰ ਆਪਾਂ ਕਮਾਈ ਕਰਦੇ ਆ ਨਾ ਗੁਰਮੁਖੋ, ਕਮਾਈ ਮਨ ਦੇ ਅੰਦਰ ਇਹ ਤਮੰਨਾ ਤੇ ਦੇਤੀ ਮਾਲਕ ਨੇ, ਸਮਝ ਤੇ ਦੇਤੀ, ਪਰ ਅਸੀਂ ਕਮਾਈ ਨਹੀਂ ਕਰਦੇ। ਅਸੀਂ ਕਮਾਈ ਤੋਂ ਵਾਂਝੇ ਆ ਗੁਰਮੁਖ ਪਿਆਰਿਓ। ਇਹ ਤੇ ਆਪਾਂ ਨੂੰ ਆਪਣੇ ਬਜ਼ੁਰਗ ਸਹਿਬਾਨ ਵੀ ਸਮਝਾਉਂਦੇ ਆ ਰਹੇ ਆ। ਜਿੰਨੀ ਦੇਰ ਗੁਰਮੁਖ ਪਿਆਰਿਓ ਕਿਸੇ ਵੀ ਖੇਤਰ ਦੇ ਵਿੱਚ ਅਸੀਂ ਕਮਾਈ ਨਹੀਂ ਕਰਦੇ, ਉਨੀ ਦੇਰ ਆਪਾਂ ਨੂੰ ਕਿਤੇ ਵੀ ਕਾਮਯਾਬੀ ਹਾਸਲ ਨਹੀਂ ਹੁੰਦੀ। ਕਿਸੇ ਵੀ ਖੇਤਰ ਦੇ ਵਿੱਚ ਆਪਾਂ ਚਲੇ ਜਾਈਏ, ਕਾਮਯਾਬੀ ਹਾਸਲ ਨਹੀਂ ਹੁੰਦੀ। ਕਾਮਯਾਬੀ ਕਿੱਥੇ ਹਾਸਲ ਹੈ? ਜਿੱਥੇ ਅਸੀਂ ਮਿਹਨਤ ਕਰਾਂਗੇ, ਮੁਸ਼ੱਕਤ ਕਰਾਂਗੇ ਗੁਰਮੁਖ ਪਿਆਰਿਓ, ਉੱਥੇ ਆਪਾਂ ਨੂੰ ਕਾਮਯਾਬੀ ਆਪਣੇ ਪੈਰ ਚੁੰਮੇਗੀ। ਹੁਣ ਆਪਾਂ ਨੇ ਇੱਥੋਂ ਮੁਸ਼ੱਕਤ ਕੀਤਾ, ਸੰਗਤ ਦੇ ਵਿੱਚ ਬਹਿ ਕੇ, ਇਕੱਲਿਆਂ ਬਹਿ ਕੇ, ਸੁੱਤਿਆਂ ਪਿਆਂ ਵੀ, ਜਾਗਦਿਆਂ ਵੀ ਅਸੀਂ ਨੇ ਗੁਰਮੰਤਰ ਨੂੰ ਚਿਤਾਰਿਆ, ਅਸੀਂ ਨੇ ਗੁਰਮੰਤਰ ਨੂੰ ਧਿਆਇਆ। ਜਿਨ੍ਹਾਂ ਨੇ ਧਿਆਇਆ
ਉਹਨਾਂ ਨੂੰ ਗੁਰਮੰਤਰ ਨੇ ਸ਼ਬਦ ਗੁਰੂ ਦਾ ਅੰਚਲ ਫੜਾ ਦਿੱਤਾ, ਪੱਲਾ ਫੜਾ ਦਿੱਤਾ। ਜਦੋਂ ਸ਼ਬਦ ਗੁਰੂ ਦਾ ਪੱਲਾ ਮਿਲ ਗਿਆ, ਫਿਰ ਗੁਰਮੁਖ ਪਿਆਰਿਓ ਉਹਨਾਂ ਨੇ ਸਮ ਕਰ ਲਿਆ ਟਾਈਮ। ਗੁਰਮੰਤਰ ਛੱਡਿਆ ਨਹੀਂ, ਸਮੇਂ ਨੂੰ ਸਮ ਕਰ ਲਿਆ। ਜਿੰਨਾ ਟਾਈਮ ਗੁਰਮੰਤਰ ਤੇ, ਉਹਨਾਂ ਟਾਈਮ ਸ਼ਬਦ ਗੁਰੂ ਨੂੰ ਦੇਣਾ ਸ਼ੁਰੂ ਕਰ ਦਿੱਤਾ। ਕਿਉਂ ਸ਼ਬਦ ਗੁਰੂ ਨੂੰ ਕਿਉਂ ਦਿੱਤਾ? ਕਿਉਂਕਿ ਗੁਰਮੁਖ ਪਿਆਰਿਓ, ਉਹ ਸਾਡਾ ਅਧਿਆਤਮਕ ਦਾ ਗੁਰੂ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਸਮਝਾਇਆ ਕਿ ਅਗਲੀ ਮੰਜ਼ਿਲ ਦਾ ਤੁਹਾਡਾ ਗੁਰੂ ਸ਼ਬਦ ਗੁਰੂ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਆਖਿਆ ਸ਼ਬਦ ਗੁਰੂ ਸੁਰਤ ਧੁਨ ਚੇਲਾ। ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਦੱਸ ਦਿੱਤਾ ਕਿ ਤੁਸੀਂ ਸ਼ਬਦ ਗੁਰੂ ਦੇ ਨਾਲ ਜੁੜ ਜਾਓ। ਹੁਣ ਸ਼ਬਦ ਗੁਰੂ ਦੀ ਪਹਿਚਾਣ ਕੀ ਕਰੀਏ? ਸ਼ਬਦ ਗੁਰੂ ਨੂੰ ਕਿਸ ਤਰੀਕੇ ਨਾਲ ਪਹਿਚਾਣੀਏ ਗੁਰਮੁਖ ਪਿਆਰੇ? ਪਹਿਲੀ ਗੱਲ ਤੇ ਆਪਾਂ ਇਹ ਧਿਆਨ ਦਈਏ ਕਿ ਜਿੱਥੇ ਕਾਲ ਆਪਣਾ ਪਹਿਰਾ ਦਿੰਦਾ, ਕਾਲ ਆਪਣਾ ਹੱਲਾ ਬੋਲਦਾ, ਉਹ ਵੀ ਉਸ ਦੀ ਕੁਝ ਜਗ੍ਹਾ ਹੈ, ਕੁਝ ਦਾਇਰਾ ਹੈ, ਕੋਈ ਹੱਦਬੰਦੀ ਹੈ, ਜਿਸ ਹੱਦ ਤੱਕ ਕਾਲ ਸਾਡਾ ਪਿੱਛਾ ਕਰਦਾ, ਜਿਸ ਹੱਦ ਤੱਕ ਕਾਲ ਸਾਡੇ ਮਨ ਦੇ ਵਿੱਚ ਭੁਲੇਖੇ ਪਾ ਦਿੰਦਾ। ਪਰ ਸ਼ਬਦ ਗੁਰੂ ਇੱਕ ਏਦਾਂ ਦਾ ਗੁਰੂ ਹੈ ਕਿ ਕਾਲ ਉਦਾਂ ਦਾ ਡੁਪਲੀਕੇਟ ਗੁਰੂ ਨਹੀਂ ਬਣਾ ਸਕਿਆ। ਕਾਲ ਸਾਨੂੰ ਭੁਲੇਖਾ ਨਹੀਂ ਦੇ ਸਕਿਆ ਗੁਰੂ ਬਣਾਉਣ ਦੇ ਵਿੱਚ। ਜਿੱਦਾਂ ਮਾਲਕ ਤੱਕ, ਜੇ ਅਸੀਂ ਮਾਲਕ ਦੀ ਗੱਲ ਕਰੀਏ, ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰੀਏ, ਇੱਥੋਂ ਤੱਕ ਕਾਲ ਨੇ ਆਪਣੀ ਪਹੁੰਚ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਡੁਪਲੀਕੇਟ ਰੂਪ ਵੀ ਕਾਲ ਨੇ ਧਾਰਨ ਕਰ ਲਿਆ। ਉੱਥੇ ਜਾ ਕੇ ਸਾਨੂੰ ਭੁਲੇਖਾ ਦੇ ਦਿੰਦਾ ਕਾਲ ਮਾਲਕ ਤੱਕ। ਪਰ ਲੇਕਿਨ ਗੁਰਮੁਖੋ, ਗੁਰੂ ਨੂੰ ਡੁਪਲੀਕੇਟ ਨਹੀਂ ਬਣਾ ਸਕਿਆ। ਗੁਰੂ ਹੈ ਜੋ ਓਰੀਜਨਲ ਹੈ, ਗੁਰੂ ਦੇ ਵਿੱਚ ਸਾਨੂੰ ਭੁਲੇਖਾ ਨਹੀਂ ਪਾ ਸਕਿਆ ਕਾਲ। ਹੁਣ ਆਪਣੇ ਅੰਦਰ ਜਦੋਂ ਗੁਰਮੰਤਰ ਦਾ ਅਭਿਆਸ ਕੀਤਾ, ਗੁਰਮੰਤਰ ਦੇ ਨਾਲ ਜਦੋਂ ਮਨ ਦੀ ਮੈਲ ਉਤਰਨੀ ਸ਼ੁਰੂ ਹੋਈ, ਗੁਰਮੰਤਰ ਦੇ ਨਾਲ ਜਦੋਂ ਸੁੱਤਾ ਪਿਆ ਮਨ ਜਾਗਿਆ, ਗੁਰਮੰਤਰ ਦੇ ਨਾਲ ਜਦੋਂ ਅਸੀਂ ਕੁਝ ਕਰਜ਼ਾ ਤੋਂ ਮੁਕਤ ਹੋਏ, ਫਿਰ ਗੁਰਮੁਖ ਪਿਆਰਿਓ ਆਪਣੇ ਅੰਦਰ ਨਾਮ ਪ੍ਰਗਟ ਹੋ ਗਿਆ। ਆਪਣੇ ਅੰਦਰ ਨਾਮ ਪ੍ਰਗਟ ਹੋ ਗਿਆ। ਉਹ ਨਾਮ ਹੀ ਆਪਣਾ ਗੁਰੂ ਹੈ। ਜੋ ਨਾਮ ਹੈ ਉਸ ਨੂੰ ਗੁਰਬਾਣੀ ਦੇ ਵਿੱਚ ਸ਼ਬਦ ਵੀ ਆਖਿਆ ਗਿਆ। ਜੋ ਨਾਮ ਹੈ ਉਸ ਨੂੰ ਗੁਰਬਾਣੀ ਦੇ ਵਿੱਚ ਹੁਕਮ ਵੀ ਆਖਿਆ ਗਿਆ। ਹੁਣ ਉਹ ਸ਼ਬਦ ਜਿਹੜਾ ਪ੍ਰਗਟ ਹੋਇਆ, ਅਸੀਂ ਉਸ ਨੂੰ ਆਪਣਾ ਗੁਰੂ ਮੰਨਣਾ ਹੈ। ਕਿਉਂ ਮੰਨਣਾ ਹੈ? ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਸਮਝਾ ਦਿੱਤਾ। ਅਸੀਂ ਪੁੱਛਣਾ, ਦੁਬਾਰਾ ਫਿਰ ਪੁੱਛਣਾ ਕਿ ਪਾਤਸ਼ਾਹ ਕਿਵੇਂ ਤੁਸੀਂ ਆਖਿਆ ਸ਼ਬਦ ਨੂੰ ਗੁਰੂ ਮੰਨ ਲਿਓ? ਕਿਹੜਾ ਸ਼ਬਦ ਹੈ ਉਹ ਜਿਹੜਾ ਸਾਡਾ ਗੁਰੂ ਹੈ? ਫਿਰ ਗੁਰਮੁਖੋ ਪਾਤਸ਼ਾਹ ਆਪਾਂ ਨੂੰ ਗੁਰਬਾਣੀ ਦੇ ਵਿੱਚ ਦੱਸਦੇ ਆ, ਪਾਤਸ਼ਾਹ ਬਿਆਨ ਕਰਦੇ ਆ ਗੁਰਬਾਣੀ ਦੇ ਵਿੱਚ, ਅਨਹਦ ਬਾਣੀ ਗੁਰ ਸ਼ਬਦ ਜਾਣੀ। ਕਹਿੰਦੇ ਜਿਹੜੀ ਤੁਹਾਡੇ ਅੰਦਰ ਅਨਹਦ ਬਾਣੀ ਹੈ ਨਾ, ਉਹ ਚੱਲ ਰਹੀ ਹੈ, ਉਸ ਨੂੰ ਗੁਰੂ ਸ਼ਬਦ ਮੰਨ ਲਵੋ। ਉਹ ਤੁਹਾਡਾ ਗੁਰੂ ਹੈ, ਹੋਰ ਕੋਈ ਭੁਲੇਖਾ ਨਾ ਪਾ ਲਿਓ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਉਸ ਨੂੰ ਜਾਣੋ ਕਿ ਤੁਹਾਡਾ ਉਹ ਗੁਰੂ ਹੈ। ਹੁਣ ਗੁਰਮੁਖ ਪਿਆਰਿਓ, ਇੱਥੇ ਵੀ ਆ ਕੇ ਕੁਝ ਸੰਗਤ ਫਿਰ ਭੁਲੇਖਾ ਖਾ ਜਾਂਦੀ ਹੈ ਕਿ ਵੀਰ ਜੀ ਹੁਣ ਗੁਰੂ ਸ਼ਬਦ ਕੋਲੇ ਏਦਾਂ ਦੀ ਕਿਹੜੀ ਤਾਕਤ ਹੈ ਕਿ ਜਿਹੜਾ ਸਾਨੂੰ ਮਾਲਕ ਦੇ ਤੱਕ ਲੈ ਕੇ ਜਾਂਦਾ ਹੈ।
ਹੁਣ ਗੁਰਮੁਖ ਪਿਆਰਿਓ, ਪਹਿਲਾਂ ਤੇ ਅਸੀਂ ਇਹ ਸੋਚਣੇ ਕਿ ਹਾਂ ਕਿੱਡੀ ਕੁ ਵੱਡੀ ਸ਼ਕਤੀ ਹੈ, ਕਿੱਥੇ ਕਿੱਥੇ ਇਹ ਨਾਮ ਰਮਿਆ ਹੋਇਆ। ਜਿਹੜਾ ਨਾਮ ਹੈ ਗੁਰੂ ਦਾ ਸ਼ਬਦ ਹੈ, ਇਹ ਹੈ ਗੁਰਮੁਖ ਪਿਆਰਿਓ ਤਨਮਾਤਕ ਧੁਨ। ਇਹ ਸੰਗੀਤਕ ਧੁਨ ਹੈ ਗੁਰਮੁਖ ਪਿਆਰਿਓ। ਇਹ ਸੰਗੀਤਕ ਧੁਨ ਸਾਰੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਰਮੀ ਹੋਈ ਹੈ। ਤੁਸੀਂ ਕਿਤੇ ਜਾ ਕੇ ਵੀ ਇਸ ਧੁਨ ਨੂੰ ਸੁਣ ਸਕਦੇ ਹੋ, ਇਸ ਸ਼ਬਦ ਨੂੰ ਸੁਣ ਸਕਦੇ ਹੋ। ਫਿਰ ਪਾਤਸ਼ਾਹ ਨੇ ਆਪਾਂ ਨੂੰ ਗੁਰਬਾਣੀ ਦੇ ਵਿੱਚ ਵੀ ਸਮਝਾ ਦਿੱਤਾ, ਬਿਨ ਨਾਵੈ ਨਾਹੀ ਕੋ ਥਾਓ। ਕਹਿੰਦੇ ਨਾਮ ਤੋਂ ਬਗੈਰ ਕੋਈ ਵੀ ਥਾਂ ਐਦਾਂ ਦੀ ਨਹੀਂ ਜਿੱਥੇ ਨਾਮ ਨਹੀਂ, ਜਿੱਥੇ ਨਾਮ ਨਾ ਹੋਵੇ। ਪਾਤਸ਼ਾਹ ਕਹਿ ਰਹੇ ਹੈ, ਬਿਨ ਨਾਵੈ ਨਾਹੀ ਕੋ ਥਾਓ, ਕੋਈ ਵੀ ਥਾਂ ਨਹੀਂ ਹੈ ਕਹਿੰਦੇ ਏਦਾਂ। ਇਸ ਕਰਕੇ ਸਾਡੇ ਵੱਡੇ ਭਾਗ ਵੀ ਆ, ਅਸੀਂ ਆਕਾਸ਼ ਦੇ ਵਿੱਚ ਚਲੇ ਜਾਈਏ, ਉੱਥੇ ਵੀ ਸ਼ਬਦ ਗੁਰੂ ਨੇ ਸਾਡਾ ਸਾਥ ਦੇਣਾ। ਅਸੀਂ ਪਹਾੜਾਂ ਤੇ ਚਲੇ ਜਾਈਏ, ਉੱਥੇ ਵੀ ਸ਼ਬਦ ਗੁਰੂ ਨੇ ਸਾਡਾ ਸਾਥ ਦੇਣਾ। ਅਸੀਂ ਪਤਾਲਾਂ ਦੇ ਵਿੱਚ ਚਲੇ ਜਾਈਏ, ਉੱਥੇ ਵੀ ਸ਼ਬਦ ਗੁਰੂ ਨੇ ਸਾਡਾ ਸਾਥ ਦੇਣਾ। ਇਸੇ ਕਰਕੇ ਪਾਤਸ਼ਾਹ ਨੇ ਆਖਿਆ, ਬਿਨ ਨਾਵੈ ਨਾਹੀ ਕੋ ਥਾਓ। ਕੋਈ ਵੀ ਥਾਂ ਨਹੀਂ ਹੈ ਗੁਰਮੁਖ ਪਿਆਰਿਓ ਜਿੱਥੇ ਨਾਮ ਨਹੀਂ ਹੈ। ਹੁਣ ਆਪਾਂ ਨੇ ਕੀ ਕਰਨਾ? ਜਿਨ੍ਹਾਂ ਗੁਰਮੁਖਾਂ ਦੇ ਅੰਦਰ ਨਾਮ ਪ੍ਰਗਟ ਹੈ, ਗੁਰਮੁਖ ਪਿਆਰਿਓ, ਉਹ ਗੁਰਮੁਖਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਅਸੀਂ ਸ਼ਬਦ ਗੁਰੂ ਦੇ ਨਾਲ ਪਿਆਰ ਪਾਈਏ। ਅਸੀਂ ਸ਼ਬਦ ਗੁਰੂ ਦੇ ਨਾਲ ਜਿੰਨੀ ਦੇਰ ਪਿਆਰ ਨਹੀਂ ਪਾਉਂਦੇ, ਅਸੀਂ ਅਗਲੀ ਮੰਜ਼ਿਲ ਦੇ ਵੱਲ ਨਹੀਂ ਵੱਧ ਸਕਦੇ। ਜਿਹੜੇ ਗੁਰਮੁਖ ਕਈ ਵਾਰ ਫੋਨ ਤੇ ਜਾਂ ਮੈਸੇਜ ਦੇ ਥਰੂ ਜਾਂ ਕੁਐਸਚਨ ਆਨਸਰ ਦੀ ਕਲਾਸ ਦੇ ਵਿੱਚ ਵੀ ਦੱਸਦੇ ਹੈ ਕਿ ਵੀਰ ਜੀ ਸਿਰਫ ਉਹ ਸਾਂ ਜੀ ਸੁਣਦੀ ਹੈ, ਉਸ ਤੋਂ ਅੱਗੇ ਨਹੀਂ ਕੁਝ ਵਧਿਆ। ਗੁਰਮੁਖੋ, ਆਪਾਂ ਉਸ ਸਾਂ ਦੇ ਨਾਲ ਪਿਆਰ ਨਹੀਂ ਪਾਇਆ, ਆਪਾਂ ਉਸ ਸਾਂ ਦੀ ਕਦਰ ਨਹੀਂ ਕੀਤੀ। ਅਸੀਂ ਉਸ ਸਾਂ ਨੂੰ ਪਹਿਚਾਣਿਆ ਨਹੀਂ। ਉਹ ਉਸ ਪਿਤਾ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੇ ਮੁਖ ਦੀ ਆਵਾਜ਼ ਹੈ, ਜਿਸ ਨੂੰ ਵੇਖਣ ਦੇ ਲਈ ਆਪਾਂ ਸਾਰੇ ਉਤਾਵਲੇ ਹਾਂ। ਆਪਾਂ ਸਾਰੇ ਚਾਹੁੰਦੇ ਹਾਂ ਕਿ ਕਦੋਂ ਉਸ ਪਿਤਾ ਪਰਮਾਤਮਾ ਦੇ ਦਰਸ਼ਨ ਹੋ ਜਾਣ। ਗੁਰਮੁਖ ਪਿਆਰਿਓ, ਦਰਸ਼ਨ ਤੇ ਉਸ ਦੇ ਨੇੜੇ ਹੋ ਗਏ ਬਿਲਕੁਲ, ਜਦੋਂ ਉਸ ਦੇ ਮੁਖ ਦੀ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚ ਗਈ। ਸਾਨੂੰ ਯਕੀਨ ਕਰ ਲੈਣਾ ਚਾਹੀਦਾ ਕਿ ਮਾਲਕ ਸਾਡੇ ਨੇੜੇ ਹੈ। ਤਾਂ ਸਾਨੂੰ ਮਾਲਕ ਦੇ ਮੁਖ ਦੀ ਆਵਾਜ਼ ਸੁਣਾਈ ਦਿੰਦੀ ਹੈ। ਪਹਿਲਾਂ ਅਸੀਂ ਮਾਲਕ ਦੇ ਮੁਖ ਦੀ ਆਵਾਜ਼ ਦੇ ਨਾਲ ਪਿਆਰ ਕਰੀਏ, ਪ੍ਰਤੀਤ ਕਰੀਏ। ਗੁਰਮੁਖ ਪਿਆਰਿਓ, ਜਦੋਂ ਅਸੀਂ ਸ਼ਬਦ ਗੁਰੂ ਦੇ ਨਾਲ ਪ੍ਰਤੀਤ ਕਰਾਂਗੇ, ਪਿਆਰ ਕਰਾਂਗੇ, ਫਿਰ ਗੁਰਮੁਖ ਪਿਆਰਿਓ, ਇਹ ਸ਼ਬਦ ਨੇ, ਕਿਸੇ ਦੇ ਅੰਦਰ ਇੱਕ ਪ੍ਰਗਟ ਹੈ, ਕਿਸੇ ਦੇ ਅੰਦਰ ਦੋ ਨੇ, ਕਿਸੇ ਦੇ ਅੰਦਰ ਚਾਰ ਨੇ, ਕਿਸੇ ਦੇ ਅੰਦਰ ਸਹਿਜ ਧੁਨ ਹੈ। ਇਹ ਫਿਰ ਜਿਉਂ-ਜਿਉਂ ਅਸੀਂ ਪਿਆਰ ਕਰਦੇ ਹਾਂ, ਜਿਉਂ-ਜਿਉਂ ਅਸੀਂ ਸੁਣਦੇ ਹਾਂ, ਉਹ ਸ਼ਬਦ ਤੇਜ਼ ਹੁੰਦੇ ਜਾਂਦੇ ਆ, ਆਵਾਜ਼ ਉੱਚੀ ਹੁੰਦੀ ਜਾਂਦੀ ਹੈ, ਤੇ ਸਾਨੂੰ ਸੁਣਨ ਦੇ ਵਿੱਚ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਗੁਰਮੁਖਾਂ ਨੇ, ਗੁਰਮੁਖੋ, ਸ਼ਬਦ ਪ੍ਰਗਟ ਨੇ, ਸੁਣਦੇ ਨਹੀਂ, ਉਹਨਾਂ ਦਾ ਤਾਂ ਹੀ ਅੰਮ੍ਰਿਤ ਰਸ ਰੁਕਿਆ ਹੋਇਆ। ਜੇ ਸ਼ਬਦ ਸੁਣਦੇ ਨੇ, ਅੰਮ੍ਰਿਤ ਰਸ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ, ਇਹਨਾਂ ਸ਼ਬਦਾਂ ਦੇ ਉੱਤੇ ਸਮਾਂ ਲਾਇਆ ਕਰੋ। ਜਿੰਨਾ ਸਮਾਂ ਲੱਗੇ, ਵੱਧ ਤੋਂ ਵੱਧ ਸਮਾਂ ਲਾਇਆ ਕਰੋ। ਗੁਰਮੁਖੋ, ਇਹਨਾਂ ਸ਼ਬਦਾਂ ਦੇ ਜ਼ਰੀਏ ਹੀ ਆਪਾਂ ਉਸ ਪਰਮਾਤਮਾ ਤੱਕ ਪਹੁੰਚ ਕਰਨੀ ਹੈ।
ਇਹਨਾਂ ਸ਼ਬਦਾਂ ਦੇ ਵਿੱਚ ਹੀ ਆਪਾਂ ਨੇ ਸਮਾਉਣਾ ਹੈ ਗੁਰਮੁਖ ਪਿਆਰਿਓ। ਇਹਨਾਂ ਸ਼ਬਦਾਂ ਦੇ ਵਿੱਚ ਹੀ ਅਸੀਂ ਨੇ ਇੱਕ ਮਿਕ ਹੋਣਾ ਹੈ। ਇੱਕ ਮਿਕ ਹੁਣ ਆਪਾਂ ਤਾਂ ਹੋ ਸਕਦੇ ਹਾਂ ਜੇ ਸਾਡਾ ਪਿਆਰ ਹੋਏਗਾ, ਅਸੀਂ ਤਹਿ ਦਿਲੋਂ ਪਿਆਰ ਕਰਾਂਗੇ ਸ਼ਬਦਾਂ ਦੇ ਨਾਲ। ਤੁਸੀਂ ਹੁਣ ਸਾਰੀ ਸੰਗਤ 44 ਗੁਰਮੁਖ ਇਸ ਵੇਲੇ ਸੰਗਤ ਦੇ ਵਿੱਚ ਹਾਜ਼ਰ ਆ। ਜਿੰਨੇ ਗੁਰਮੁਖ ਬੈਠੇ ਆ ਸਾਰੇ ਗੁਰਮੁਖ ਇੱਕ ਹਫ਼ਤੇ ਦੇ ਲਈ ਸ਼ਬਦਾਂ ਨੂੰ ਹੁਣ ਤੋਂ ਕੁਝ ਵੱਖਰਾ ਸਮਾਂ ਦਿਓ। ਮੰਨ ਕੇ ਚੱਲੀਏ ਕਿ ਅਸੀਂ 24 ਘੰਟਿਆਂ ਦੇ ਵਿੱਚ 3 ਵਾਰ ਅੱਧਾ ਘੰਟਾ ਆਪਾਂ ਨੇ ਦੇਣਾ। 1.5 ਘੰਟਾ ਸਮਾਂ ਅਸੀਂ ਨੇ ਸ਼ਬਦ ਗੁਰੂ ਨੂੰ ਦੇਣਾ ਹੀ ਦੇਣਾ ਹੈ। ਅਤੇ ਅੱਜ ਦੀ ਆਪਣੀ ਅਵਸਥਾ, ਆਪਣੀ ਕੰਡੀਸ਼ਨ ਨੋਟ ਕਰ ਲਿਓ ਅਤੇ ਅੱਜ ਤੋਂ ਹਫ਼ਤੇ ਬਾਅਦ ਦੀ ਵੀ ਅਵਸਥਾ ਨੋਟ ਕਰ ਲਿਓ। ਜਿਨ੍ਹਾਂ ਗੁਰਮੁਖਾਂ ਨੇ ਸਹੀ ਟਾਈਮ ਦਿੱਤਾ, ਪਿਆਰ ਦੇ ਨਾਲ ਸਮਾਂ ਦਿੱਤਾ, ਸ਼ਬਦ ਦੇ ਵਿੱਚ ਸਮਾਉਣ ਦੀ ਕੋਸ਼ਿਸ਼ ਕੀਤੀ। ਇਹ ਨਹੀਂ ਹੋ ਗਿਆ, ਇੱਥੇ ਵੀ ਥੋੜਾ ਧਿਆਨ ਰੱਖਿਓ ਕਿ ਨਾਲ ਦੀ ਨਾਲ ਹੀ ਅਸੀਂ ਸ਼ਬਦ ਸੁਣੀਏ ਤੇ ਸੌਣਾ ਸ਼ੁਰੂ ਕਰ ਦਈਏ। ਗੁਰਮੁਖੋ ਸੌਣਾ ਨਹੀਂ ਆਪਾਂ ਨੇ। ਸ਼ਬਦ ਸੁਣਦੇ ਸੁਣਦੇ ਸਹਿਜ ਦੇ ਵਿੱਚ ਨਹੀਂ ਜਾਣਾ, ਅਸੀਂ ਗਿਆਨ ਦੁਬਾਰਾ ਜਾਗਣਾ। ਕਈ ਵਾਰ ਕੀ ਹੁੰਦਾ, ਕਾਲ ਇੱਥੇ ਆ ਕੇ ਥੋੜਾ ਜ਼ੋਰ ਪਾ ਦਿੰਦਾ। ਜੋ ਹੀ ਸੰਗਤ ਸ਼ਬਦ ਗੁਰੂ ਨੂੰ ਸੁਣਨ ਬਹਿ ਜਾਂਦੀ ਹੈ, ਸ਼ਬਦ ਗੁਰੂ ਨੂੰ ਪਿਆਰ ਦੇ ਨਾਲ ਸੁਣਦੀ ਹੈ, ਤੇ ਉਧਰੋਂ ਕਾਲ ਆ ਕੇ ਜ਼ੋਰ ਪਾ ਕੇ ਨੀਂਦ ਦੇ ਵਿੱਚ ਲੈ ਜਾਂਦਾ। ਤੇ ਉਹ ਗੁਰਮੁਖ ਸੋਚਦੇ ਆ ਕਿ ਅਸੀਂ ਤੇ ਸ਼ਾਇਦ ਸ਼ਬਦ ਸੁਣਦੇ ਸੀ। ਨਹੀਂ ਗੁਰਮੁਖ ਪਿਆਰਿਓ, ਬਿਲਕੁਲ ਜੇ ਨੀਂਦ ਆਉਂਦੀ ਹੈ ਤਾਂ ਰੀੜ ਦੀ ਹੱਡੀ ਨੂੰ ਸਿੱਧੇ ਕਰਕੇ, ਚੌਂਕੜਾ ਮਾਰ ਕੇ, ਚੁਕੰਨੇ ਹੋ ਕੇ ਬਹਿ ਜਾਓ ਕਿ ਮੈਨੂੰ ਇਸ ਵੇਲੇ ਕਾਲ ਘੇਰੇਗਾ। ਅਸੀਂ ਨੀਂਦ ਦੇ ਵਿੱਚ ਨਹੀਂ ਜਾਣਾ, ਆਪਾਂ ਨੇ ਸ਼ਬਦ ਦੇ ਵਿੱਚ ਸਮਾਉਣਾ ਹੈ। ਸਾਨੂੰ ਸਾਰਾ ਪਤਾ ਹੋਣਾ ਚਾਹੀਦਾ, ਅਸੀਂ ਇੱਕ ਮਿਕ ਵੀ ਹੋਣਾ ਤੇ ਸਾਨੂੰ ਪਤਾ ਵੀ ਹੋਵੇ ਆਪਣੇ ਆਲੇ ਤੇ ਦੁਆਲੇ ਦਾ। ਸੰਤਰਕ ਦੇ ਨਾਲ, ਧਿਆਨ ਦੇ ਨਾਲ ਸ਼ਬਦ ਦੇ ਵਿੱਚ ਸਮਾਉਣਾ। ਜਿੰਨੀ ਦੇਰ ਕੋਈ ਆਰਾਮ ਦੇ ਨਾਲ ਸਮਾ ਸਕਦਾ, ਸੁਣ ਸਕਦਾ, ਉਨੀ ਦੇਰ ਲਾ ਸਕਦੇ ਹੋ। ਇਸ ਦੇ ਵਿੱਚ ਸਾਨੂੰ ਬੈਨੀਫਿਟ ਹੈ, ਨੁਕਸਾਨ ਨਹੀਂ ਹੈ ਕੋਈ ਵੀ। ਸਾਨੂੰ ਨੁਕਸਾਨ ਨਹੀਂ ਹੈ ਕੋਈ ਵੀ। ਨੁਕਸਾਨ ਕਿੱਥੇ ਜਾ ਕੇ ਹੈ ਕਿ ਜਦੋਂ ਅਸੀਂ ਧਿਆਨ ਗਲਤ ਲਾ ਲੈਂਦੇ ਹਾਂ। ਇਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਸਰੀਰ ਦੇ ਕਿਸੇ ਵੀ ਪਾਰਟ ਦੇ ਉੱਤੇ ਧਿਆਨ ਨਹੀਂ ਲਾਉਣਾ। ਜਦੋਂ ਵੀ ਜਿੱਥੇ ਗੁਰਮੁਖ ਦੱਸਦੇ ਹੈ, ਉਹਨਾਂ ਦੇ ਕਹਿਣ ਦਾ ਭਾਵ ਉੱਥੋਂ ਦੀ ਬਿਲਕੁਲ ਉਸ ਜਗ੍ਹਾ ਪੁਆਇੰਟ ਤੇ ਦੱਸਦੇ ਹੈ, ਪਰ ਉਹ ਸਰੀਰ ਤੋਂ ਅਲੱਗ ਹਟ ਕੇ ਗਿੱਠ ਦੀ, 1.5 ਗਿੱਠ ਦੀ, 2 ਗਿੱਠ ਦੀ, ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਜਿੰਨਾ ਕੁ ਕੋਈ ਸਹਿਣ ਕਰ ਸਕਦਾ। ਕਈ ਗੁਰਮੁਖ ਬਿਲਕੁਲ ਨੇੜੇ ਸਹਿਣ ਕਰ ਲੈਂਦੇ ਆ, ਉਹਨਾਂ ਨੂੰ ਕੋਈ ਸਿਰ ਦਰਦ ਨਹੀਂ ਹੁੰਦਾ, ਕੋਈ ਅੱਖਾਂ ਨਹੀਂ ਭਾਰੀਆਂ ਹੁੰਦੀਆਂ, ਕੋਈ ਚੱਕਰ ਨਹੀਂ ਆਉਂਦੇ। ਠੀਕ ਹੈ, ਉਹ ਨੇੜੇ ਲਾ ਕੇ ਬਹਿ ਜਾਓ। ਕਈਆਂ ਨੂੰ ਥੋੜਾ ਜਿਹਾ 1.5 ਫੁੱਟ ਤੱਕ ਠੀਕ ਰਹਿੰਦਾ, ਉਹ 1.5 ਫੁੱਟ ਦੀ ਦੂਰੀ ਤੇ ਲਾ ਕੇ ਧਿਆਨ ਬਹਿ ਜਾਓ। ਪਰ ਲੇਕਿਨ ਇੱਥੇ ਜ਼ੋਰ ਨਹੀਂ ਕੁਛ ਆਪਾਂ ਨੇ ਲਾਉਣਾ, ਇੱਥੇ ਆਪਾਂ ਨੇ ਜੁਗਤੀ ਵਰਤਣੀ ਹੈ, ਜੁਗਤੀ। ਕਈ ਗੁਰਮੁਖ ਜ਼ੋਰ ਲਾ ਕੇ ਧੱਕਾ ਕਰਦੇ ਆ ਇਸ ਸਰੀਰ ਦੇ ਨਾਲ, ਤਰਕੁੱਟੀ ਦੇ ਉੱਤੇ ਧਿਆਨ ਲਾ ਕੇ ਬਹਿ ਜਾਂਦੇ ਆ। ਆਪਾਂ ਤਰਕੁੱਟੀ ਦੇ ਉੱਤੇ ਧੱਕਾ ਨਹੀਂ ਕਰਨਾ ਸਰੀਰ ਦੇ ਨਾਲ, ਜੁਗਤੀ ਵਰਤਣੀ ਹੈ। ਜਦੋਂ ਅਸੀਂ ਜੁਗਤੀ ਵਰਤਾਂਗੇ ਫਿਰ ਅਸੀਂ ਇਸ ਸਰੀਰ ਤੋਂ, ਸੰਸਾਰ ਤੋਂ ਫਿਰ ਅਲੱਗ ਹੋ ਸਕਦੇ ਹਾਂ। ਗੁਰਮੁਖ ਪਿਆਰਿਓ, ਪਾਤਸ਼ਾਹ ਕਹਿ ਰਹੇ ਆ ਨਾ ਗੁਰਬਾਣੀ ਦੇ ਵਿੱਚ, ਜ਼ੋਰ ਨਾ ਜੁਗਤੀ ਛੂਟੈ ਸੰਸਾਰ। ਜ਼ੋਰ ਨਾਲ ਨਹੀਂ ਗੁਰਮੁਖ ਪਿਆਰਿਓ,
ਜੁਗਤ ਦੇ ਨਾਲ। ਜਿੱਥੇ ਤੱਕ ਸਾਡੇ ਸਹਿਣ ਆਪਾਂ ਸਰੀਰ ਨੂੰ ਸੈਟਿੰਗ ਕਰ ਰੱਖ ਸਕਦੇ ਹਾਂ ਵੀ ਇੰਨੀ ਦੂਰ ਧਿਆਨ ਲਾਏ ਤੇ ਉੱਤੋਂ ਸਾਨੂੰ ਕੋਈ ਸਿਰ ਤੇ ਭਾਰ ਨਹੀਂ ਪੈਂਦਾ, ਕੋਈ ਨੇਤਰ ਨਹੀਂ ਦਰਦ ਕਰਦੇ, ਕੋਈ ਸਿਰ ਦੁਖਦਾ ਨਹੀਂ, ਉੱਥੇ ਧਿਆਨ ਲਾ ਕੇ ਬਹਿ ਜਾਓ, ਸ਼ਬਦਾਂ ਨੂੰ ਸੁਣੀ ਜਾਓ, ਸ਼ਬਦਾਂ ਨੂੰ ਸੁਣੀ ਜਾਓ। ਫਿਰ ਅਸੀਂ ਇਸ 9 ਦੁਆਰਿਆਂ ਤੋਂ ਉੱਤੇ ਉੱਠ ਜਾਵਾਂਗੇ, 9 ਦੁਆਰਿਆਂ ਤੋਂ ਉੱਤੇ ਵੀ ਉੱਠ ਜਾਵਾਂਗੇ। ਜੋ ਸਾਡਾ ਅੰਮ੍ਰਿਤ ਰਸ ਰੁਕਿਆ ਹੋਇਆ ਹੈ, ਸਾਡਾ ਉਹ ਅੰਮ੍ਰਿਤ ਰਸ ਵੀ ਪ੍ਰਾਪਤ ਹੋ ਜਾਏਗਾ ਅਤੇ ਸਾਡੀ ਅਵਸਥਾ ਵੀ ਬਣਨੀ ਸ਼ੁਰੂ ਹੋ ਜਾਏਗੀ। ਜੇ ਕਿਤੇ ਇੱਥੇ ਬੈਠਿਆਂ ਨੂੰ ਸਾਨੂੰ ਇੰਝ ਲੱਗਦਾ, ਮਹਿਸੂਸ ਹੁੰਦਾ ਕਿ ਮੇਰੇ ਵਿਚਾਰ ਆ ਰਹੇ ਹੈ, ਮੈਨੂੰ ਫੁਰਨਿਆਂ ਨੇ ਘੇਰ ਲਿਆ, ਉੱਥੇ ਅੰਤਰਗਤ ਥੋੜਾ ਜਿਹਾ ਸਿਮਰਨ ਸ਼ੁਰੂ ਕਰ ਦਿਓ ਜਾਂ ਸ਼ਬਦਾਂ ਦੇ ਵਿੱਚ ਬਿਲਕੁਲ ਹੀ ਧਿਆਨ ਦੇ ਦਿਓ, ਸ਼ਬਦਾਂ ਨੂੰ ਸੁਣਨਾ ਸ਼ੁਰੂ ਕਰ ਦਿਓ ਜਾਂ ਉੱਥੇ ਦੋਏ ਕੰਮ ਕਰ ਲਓ। ਮਨ ਨੂੰ ਕਹਿ ਤੈਨੂੰ ਫੁਰਨੇ ਨਹੀਂ ਸੁਣਨ ਦੇਣੇ, ਫੁਰਨਿਆਂ 'ਚ ਨਹੀਂ ਜਾਣ ਦੇਣਾ। ਜੇ ਤੇਰਾ ਸ਼ਬਦ ਸੁਣਨ ਨੂੰ ਦਿਲ ਕਰਦਾ ਤਾਂ ਸ਼ਬਦ ਸੁਣ ਲੈ, ਜੇ ਤਾਂ ਸ਼ਬਦ ਨਹੀਂ ਸੁਣਨੇ ਤਾਂ ਅੰਤਰਗਤ ਸਿਮਰਨ ਸ਼ੁਰੂ ਕਰ ਦਿਓ। ਤਾਂ ਗੁਰੂ ਦਾ ਜਿਹੜਾ ਆਪਣਾ ਗੁਰਮੰਤਰ ਹੈ, ਗੁਰਮੰਤਰ ਨੂੰ ਸੁਣ ਲੈ, ਜਿਹੜਾ ਆਪਾਂ ਰੋਜ਼ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਨਾ, ਗਾਵੀਏ ਸੁਣੀਏ। ਮੈਂ ਗਾਉਣ ਲੱਗ ਗਿਆ, ਸਾਡੀ ਆਤਮਾ ਹੈ, ਉਸਨੇ ਗੁਰਮੰਤਰ ਗਾਉਣਾ ਸ਼ੁਰੂ ਕਰ ਦਿੱਤਾ। ਮਨ ਦੀ ਡਿਊਟੀ ਹੈ, ਤੂੰ ਹੁਣ ਸੁਣਦਾ ਰਹੋ, ਪਰ ਫੁਰਨਿਆਂ ਦੇ ਵਿੱਚ ਨਹੀਂ ਜਾਣਾ। ਫੁਰਨਿਆਂ ਦੇ ਵਿੱਚੋਂ ਮਨ ਨੂੰ ਰੋਕ ਕੇ ਏਦਾਂ ਅੱਧਾ ਘੰਟਾ, ਪੌਣਾ ਘੰਟਾ, ਘੰਟਾ, 1.5 ਘੰਟਾ, ਜਿੰਨੀ ਦੇਰ ਵੀ ਤੁਸੀਂ ਬਹਿ ਸਕਦੇ ਹੋ, ਏਦਾਂ ਬਹਿ ਕੇ ਸ਼ਬਦ ਗੁਰੂ ਦੇ ਨਾਲ ਪਿਆਰ ਪਾਈਏ। ਜਦੋਂ ਅਸੀਂ ਸ਼ਬਦ ਗੁਰੂ ਦੇ ਨਾਲ ਪਿਆਰ ਪਾ ਲਿਆ, ਫਿਰ ਗੁਰਮੁਖ ਪਿਆਰਿਓ, ਪਾਤਸ਼ਾਹ ਨੇ ਤੇ ਸਾਨੂੰ ਆਖੇ ਹੈ ਨਾ ਗੁਰਬਾਣੀ ਦੇ ਵਿੱਚ, ਪਾਤਸ਼ਾਹ ਨੇ ਤੇ ਸਾਨੂੰ ਸਮਝਾਇਆ ਗੁਰਬਾਣੀ ਦੇ ਵਿੱਚ ਕਿ ਪੁੱਤਰ ਤੂੰ ਮੇਰੇ ਵੱਲ 1 ਕਦਮ ਚੱਲ, ਮੈਂ ਤੇਰੇ ਵੱਲ ਕਰੋੜ ਕਦਮ ਚੱਲਾਂਗਾ। ਪਰ ਪਹਿਲ ਸਾਨੂੰ ਆਖੇ ਪਿਤਾ ਨੇ ਕਿ ਪੁੱਤ ਤੈਨੂੰ ਕਰਨੀ ਪੈਣੀ ਹੈ। ਹੁਣ ਆਪਾਂ ਨੇ ਪਹਿਲ ਕਰ ਦਿੱਤੀ ਗੁਰਮੁਖੋ, ਆਪਾਂ ਸ਼ਬਦ ਗੁਰੂ ਨੂੰ ਸੁਣਨਾ ਸ਼ੁਰੂ ਕਰ ਦਿੱਤਾ। ਇਹ ਪਹਿਲ ਆਪਾਂ ਨੇ ਕਰ ਦਿੱਤੀ। ਫਿਰ ਪਾਤਸ਼ਾਹ ਨੇ ਹੁਣ ਇੱਥੇ ਸਾਡੇ ਉਹ ਵਚਨ ਜੋ ਸਾਡੇ ਨਾਲ ਕੀਤੇ ਉਹ ਪੂਰੇ ਕਰਨੇ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਫਿਰ ਗੁਰਮੁਖ ਪਿਆਰਿਓ, ਉਹ ਅਕਾਲ ਪੁਰਖ ਵਾਹਿਗੁਰੂ ਪਿਤਾ ਪਰਮੇਸ਼ਰ ਸਾਨੂੰ ਅੱਗੇ ਹੋ ਕੇ ਲੈਣ ਆਉਂਦੇ ਆ। ਉਹ ਵੀ ਤੇ ਗੁਰਮੁਖ ਪਿਆਰਿਓ ਸਾਨੂੰ ਮਿਲਣਾ ਚਾਹੁੰਦੇ ਆ। ਕਿਉਂਕਿ ਉਹ ਆਪਣੇ ਬੱਚਿਆਂ ਤੋਂ 4 ਯੁੱਗਾਂ ਤੋਂ ਵਿਛੜੇ ਹੋਏ ਆ। ਇਸੇ ਕਰਕੇ ਸੰਤਾਂ, ਭਗਤਾਂ, ਗੁਰੂਆਂ ਨੂੰ ਭੇਜ ਕੇ ਉਹਨਾਂ ਦੇ ਮੁਖ ਤੇ ਧੁਰ ਦਰਗਾਹੀ ਬਾਣੀ ਲਿਆ ਕੇ ਸਾਡੇ ਤੱਕ ਪਹੁੰਚਾਈ ਹੈ। ਕੀ ਪਹਿਚਾਇਆ? ਭਾਈ ਪ੍ਰਾਪਤ ਮਨੁੱਖ ਦੀ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਆਪਣੀ ਵਾਰੀ ਹੈ ਗੁਰਮੁਖ ਪਿਆਰਿਓ, ਹੁਣ ਉਸ ਮਾਲਕ ਦੇ ਨਾਲ ਮਿਲਣ ਦੀ ਆਪਣੀ ਵਾਰੀ ਹੈ। ਪਿਤਾ ਸਾਡਾ ਇੰਤਜ਼ਾਰ ਕਰਦਾ ਕਿ ਮੇਰੇ ਬੱਚੇ ਘਰ ਆਉਣਗੇ। ਇਸ ਕਰਕੇ ਅਸੀਂ ਆਪਣੇ ਪਿਤਾ ਦੀ ਵੀ ਸੋਚ ਰੱਖਣੀ ਹੈ, ਫਿਕਰ ਕਰਨਾ ਕਿ ਜੇ ਸਾਡਾ ਪਿਤਾ ਸਾਨੂੰ ਉਡੀਕਦਾ, ਸਾਡਾ ਪਿਤਾ ਸਾਨੂੰ ਆਵਾਜ਼ਾਂ ਵੀ ਮਾਰਦਾ, ਸਾਡਾ ਪਿਤਾ ਤੇ ਕਹਿ ਰਿਹਾ ਗੁਰਮੁਖ ਪਿਆਰਿਓ ਕਿ ਬੱਚਿਆ ਤੂੰ ਬਾਹਰ ਗਿਆ ਸੀ ਕਮਾਈ ਕਰਨ ਦੇ ਲਈ, ਤੂੰ ਤੇ ਬਾਹਰ ਪ੍ਰਦੇਸ਼ ਦੇ ਵਿੱਚ ਜਾ ਕੇ ਪਰਦੇਸੀ ਹੋ ਗਿਆ, ਤੂੰ ਤੇ ਮੁੜ ਕੇ ਘਰ ਫੇਰਾ ਨਹੀਂ ਪਾਇਆ। ਪਾਤਸ਼ਾਹ ਫਿਰ ਗੁਰਬਾਣੀ ਦੇ ਵਿੱਚ ਦੱਸਦੇ ਹੈ, ਮਨ ਪਰਦੇਸੀ ਵੇ ਆਓ ਘਰੇ। ਇਸ ਕਰਕੇ ਗੁਰਮੁਖ ਪਿਆਰਿਓ, ਪਾਤਸ਼ਾਹ ਤੇ ਆਵਾਜ਼ਾਂ ਮਾਰਦੇ ਆ ਸਾਨੂੰ, ਸਾਡਾ ਵੀ ਕੋਈ ਫਰਜ਼ ਹੈ, ਸਾਡਾ ਵੀ ਕੋਈ ਹੱਕ ਹੈ। ਅਸੀਂ ਇਸ ਤਰੀਕੇ ਨਾਲ ਸ਼ਬਦ ਗੁਰੂ ਦੇ ਨਾਲ ਇੱਕ ਮਿੱਕ ਹੋ ਕੇ
ਉਸ ਅਕਾਲ ਪੁਰਖ ਵਾਹਿਗੁਰੂ ਪਿਤਾ ਪਰਮੇਸ਼ਰ ਦੇ ਨਾਲ ਮਿਲਾਪ ਕਰੀਏ। ਗੁਰਮੁਖ ਪਿਆਰਿਓ, ਸਮਾਂ ਹੋ ਗਿਆ। ਦਾਸ ਦੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਗੁਰਬਾਣੀ ਗੁਰੂ ਤੇ ਆਪ ਰੱਬ ਰੂਪ ਸੰਗਤ ਬਖਸ਼ਣਯੋਗੋਂ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਜੀ ਗੁਰਮੁਖੋ, ਇੱਕ ਬੇਨਤੀ ਹੋਰ ਹੈ ਸੰਗਤਾਂ ਦੇ ਦਿਲ ਦੇ, ਸੰਗਤਾਂ ਦੇ ਚਰਨਾਂ ਦੇ ਵਿੱਚ। ਸੰਗਤਾਂ